ਸੋ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿੱਥੇ ਕਿ ਦੇਵਾ ਠਾਕੁਰ ਦੇ ਵੱਲੋਂ ਅੰਮ੍ਰਿਤਪਾਲ ਨੂੰ ਮਿਲੀ ਸੌ ਚੁੱਕਣ ਤੇ ਜਿਹੜੇ ਕਿ ਸਵਾਲ ਚੁੱਕੇ ਗਏ ਨੇ। ਐਨਐਸਏ ਲੱਗੇ ਹੋਣ ਤੇ ਵੀ ਅੰਮ੍ਰਿਤਪਾਲ ਨੂੰ 4 ਦਿਨ ਦੀ ਪੈਰੋਲ ਮਿਲੀ ਹੈ। ਸੋ ਲਾਰੈਂਸ ਬਿਸ਼ਨੋਈ ਨੂੰ ਮਿਲਣੀ ਚਾਹੀਦੀ ਹੈ ਪੈਰੋਲ। ਸੋ ਦੇਵਾ ਠਾਕੁਰ ਦੇ ਵੱਲੋਂ ਇਹ ਕਿਹਾ ਗਿਆ ਲਾਰੈਂਸ ਨੂੰ ਰਾਮ ਮੰਦਿਰ ਜਾਣ ਦੀ ਮਿਲਣੀ ਚਾਹੀਦੀ ਹੈ ਪੈਰੋਲ। ਲਾਰੈਂਸ ਬਿਸ਼ਨੋਈ ਇੱਕ ਸੱਚਾ ਦੇਸ਼ ਭਗਤ ਹੈ, ਦੇਵਾ ਠਾਕੁਰ ਦੇ ਵੱਲੋਂ ਕਿਹਾ ਗਿਆ। ਸੋ ਐਨਐਸਏ ਲੱਗੇ ਹੋਣ ਦੇ ਬਾਵਜੂਦ ਵੀ ਅੰਮ੍ਰਿਤਪਾਲ ਨੂੰ 4 ਦਿਨਾਂ ਦੀ ਪੈਰੋਲ ਜਿਹੜੀ ਕਿ ਦਿੱਤੀ ਗਈ, ਉਸ ਤੇ ਸਵਾਲ ਚੁੱਕੇ ਗਏ ਨੇ। ਦੇਵਾ ਠਾਕੁਰ ਨੇ ਅੰਮ੍ਰਿਤਪਾਲ ਦੀ ਸੌ ਚੁੱਕਣ ਤੇ ਚੁੱਕੇ ਨੇ ਸਵਾਲ। ਸੋ ਲਾਰੈਂਸ ਬਿਸ਼ਨੋਈ ਇੱਕ ਸੱਚਾ ਦੇਸ਼ ਭਗਤ ਹੈ, ਦੇਵਾ ਠਾਕੁਰ ਦੇ ਵੱਲੋਂ ਕਿਹਾ ਗਿਆ ਲਾਰੈਂਸ ਬਿਸ਼ਨੋਈ ਨੂੰ ਮਿਲਣੀ ਚਾਹੀਦੀ ਹੈ ਪੈਰੋਲ। ਸੋ ਇਸ ਵੇਲੇ ਦੀ ਵੱਡੀ ਖਬਰ ਦੇਵਾ ਠਾਕੁਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ, ਸਵਾਲ ਚੁੱਕੇ ਗਏ ਨੇ ਕਿ ਅੰਮ੍ਰਿਤਪਾਲ ਦੇ ਵੱਲੋਂ 100 ਚੁੱਕੀ ਗਈ ਹੈ, ਜਿਸ ਤੇ ਕਿ ਐਨਐਸਏ ਲੱਗਿਆ ਹੋਇਆ, ਫਿਰ ਵੀ ਉਸ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਸੋ ਲਾਰੈਂਸ ਬਿਸ਼ਨੋਈ ਨੂੰ ਮਿਲਣੀ ਚਾਹੀਦੀ ਹੈ ਪੈਰੋਲ। ਸੋ ਦੇਵਾ ਠਾਕੁਰ ਦੇ ਵੱਲੋਂ ਕਿਹਾ ਗਿਆ ਲਾਰੈਂਸ ਨੂੰ ਰਾਮ ਮੰਦਿਰ ਜਾਣ ਦੀ ਮਿਲਣੀ ਚਾਹੀਦੀ ਹੈ ਪੈਰੋਲ। ਲਾਰੈਂਸ ਬਿਸ਼ਨੋਈ ਇੱਕ ਸੱਚਾ ਦੇਸ਼ ਭਗਤ ਹੈ। ਸੋ ਲਾਰੈਂਸ ਨੂੰ ਰਾਮ ਮੰਦਿਰ ਜਾਣ ਦੀ ਪੈਰੋਲ ਮਿਲਣੀ ਚਾਹੀਦੀ ਹੈ। ਲਾਰੈਂਸ ਇੱਕ ਸੱਚਾ ਦੇਸ਼ ਭਗਤ, ਦੇਵ ਠਾਕੁਰ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਅੰਮ੍ਰਿਤਪਾਲ ਦੀ ਸੌ ਚੁੱਕਣ ਤੇ। ਸੋ ਐਨਐਸਏ ਲੱਗੇ ਹੋਣ ਤੇ ਅੰਮ੍ਰਿਤਪਾਲ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਸੋ ਉਸ ਤੇ ਹੁਣ ਦੇਵਾ ਠਾਕੁਰ ਦੇ ਵੱਲੋਂ ਸਵਾਲ ਚੁੱਕੇ ਗਏ ਨੇ। ਸੋ ਲਾਰੈਂਸ ਨੂੰ ਰਾਮ ਮੰਦਿਰ ਜਾਣ ਦੀ ਮਿਲਣੀ ਚਾਹੀਦੀ ਹੈ ਪੈਰੋਲ। ਸੋ ਦੇਵਾ ਠਾਕੁਰ ਦੇ ਵੱਲੋਂ ਸਵਾਲ ਚੁੱਕੇ ਗਏ ਨੇ। ਤਾਜ਼ੀ ਕਿ ਐਨਐਸਏ ਲੱਗੇ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ, ਜਿੱਥੇ ਕਿ ਦਿੱਲੀ ਦੇ ਵਿੱਚ ਉਸ ਦੇ ਵੱਲੋਂ ਐਮਪੀ ਦੀ ਜਿਹੜੀ ਕਿ ਸੌ ਚੁੱਕੀ ਗਈ ਸੀ। ਸੋ ਐਮਪੀ ਵੱਲੋਂ ਸੌ ਚੁੱਕਣ ਤੇ ਸਵਾਲ ਚੁੱਕੇ ਗਏ ਨੇ ਦੇਵਾ ਠਾਕੁਰ ਦੇ ਵੱਲੋਂ। ਦੇਵਾ ਠਾਕੁਰ ਨੇ ਅੰਮ੍ਰਿਤਪਾਲ ਦੀ ਸੌ ਚੁੱਕਣ ਤੇ ਸਵਾਲ ਚੁੱਕੇ ਨੇ, ਕਿਉਂਕਿ ਐਨਐਸਏ ਲੱਗਿਆ ਹੋਇਆ, ਸਰਕਾਰ ਦੇ ਵੱਲੋਂ ਐਨਐਸਏ ਲਗਾਇਆ ਹੋਇਆ ਅੰਮ੍ਰਿਤਪਾਲ ਸਿੰਘ ਦੇ, ਫਿਰ ਵੀ ਉਸ ਦੇ ਵੱਲੋਂ ਸੌ ਚੁੱਕੀ ਗਈ ਜਿਹੜੀ ਕਿ ਪੈਰੋਲ ਦਿੱਤੀ ਗਈ ਹੈ। ਇਸ ਤੇ ਵੱਡੇ ਸਵਾਲ ਨੇ ਜਿਹੜੇ ਕਿ ਖੜੇ ਕੀਤੇ ਨੇ ਦੇਵਾ ਠਾਕੁਰ ਦੇ ਵੱਲੋਂ। ਸੋ ਲਾਰੈਂਸ ਨੂੰ ਰਾਮ ਮੰਦਿਰ ਜਾਣ ਦੀ ਮਿਲਣੀ ਚਾਹੀਦੀ ਹੈ ਪੈਰੋਲ। ਲਾਰੈਂਸ ਬਿਸ਼ਨੋਈ ਇੱਕ ਸੱਚਾ ਦੇਸ਼ ਭਗਤ ਹੈ। ਦੇਵਾ ਠਾਕੁਰ ਨੇ ਅੰਮ੍ਰਿਤਪਾਲ ਨੂੰ 4 ਦਿਨ ਦੀ ਪੈਰੋਲ ਮਿਲੀ ਹੈ, ਜਿਹੜੀ ਕਿ ਇਸ ਤੇ ਸਵਾਲ ਚੁੱਕੇ ਨੇ। ਉਹਨਾਂ ਕਿਹਾ ਹੈ ਕਿ ਐਨਐਸਏ ਲੱਗੇ ਹੋਣ ਦੇ ਬਾਵਜੂਦ ਵੀ ਅੰਮ੍ਰਿਤਪਾਲ ਨੂੰ ਬਾਹਰ ਲਿਆਂਦਾ ਗਿਆ ਪੈਰੋਲ ਤੇ ਉਸ ਦੇ ਵੱਲੋਂ ਸੌ ਚੁੱਕੀ ਗਈ ਹੈ। ਸੋ ਲਾਰੈਂਸ ਬਿਸ਼ਨੋਈ ਨੂੰ ਰਾਮ ਮੰਦਿਰ ਜਾਣ ਦੀ ਪੈਰੋਲ ਮਿਲਣੀ ਚਾਹੀਦੀ ਹੈ। ਲਾਰੈਂਸ ਬਿਸ਼ਨੋਈ ਨੂੰ ਮਿਲਣੀ ਚਾਹੀਦੀ ਹੈ ਪੈਰੋਲ। ਸੋ ਦੇਵਾ ਠਾਕੁਰ ਦੇ ਵੱਲੋਂ ਕਿਹਾ ਗਿਆ ਤੇ ਅੰਮ੍ਰਿਤਪਾਲ ਸਿੰਘ ਨੂੰ ਸੌ ਚੁੱਕਣ ਤੇ ਸਵਾਲ ਚੁੱਕੇ ਗਏ ਨੇ। ਸੋ ਲਾਰੈਂਸ ਬਿਸ਼ਨੋਈ ਇੱਕ ਸੱਚਾ ਦੇਸ਼ ਭਗਤ, ਦੇਵਾ ਠਾਕੁਰ ਦੇ ਵੱਲੋਂ ਕਿਹਾ ਗਿਆ। ਐਨਐਸਏ ਲੱਗੇ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਨੂੰ 4 ਦਿਨਾਂ ਦੀ ਪੈਰੋਲ ਮਿਲੀ, ਜਿਸ ਤੇ ਸਵਾਲ ਚੁੱਕੇ ਗਏ ਨੇ ਦੇਵਾ ਠਾਕੁਰ ਦੇ ਵੱਲੋਂ। ਦੇਵਾ ਠਾਕੁਰ ਨੇ ਅੰਮ੍ਰਿਤਪਾਲ ਦੀ ਸੌ ਚੁੱਕਣ ਤੇ ਸਵਾਲ ਚੁੱਕੇ ਨੇ। ਸੁਣਾ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਜਿਹੜੀ ਕਿ ਪੈਰੋਲ ਮਿਲਣੀ ਚਾਹੀਦੀ, ਕਿਉਂਕਿ ਉਹ ਸੱਚਾ ਦੇਸ਼ ਭਗਤ ਹੈ। तो लारस बिश्नोई देश भगत किया गया देवा ठाकुर दे वल्लों। एनएसए लगे होने के बावजूद अमृतपाल नूं 4 दिनों की पैरोल मिली। दस दी कि खडूर साहिब तो नवे बने ने सांसद जेल दे विच रह के अमृतपाल सिंह दे वल्लों चोण लड़ी गई सी, आजाद चोण। सो लोकां दे वल्लों वड्डा समर्थन मिलिया, जिथे कि इन्हां दे वल्लों यह चोण जित्ती गई। सो डिब्रूगढ़ जेल तो कल उन्हां नूं लिआंदा गया सी सौं चुकण दे लई दिल्ली दे संसद भवन दे विच लोक सभा स्पीकर दे चैंबर दे विच जाके उन्हां ने कल सौं चुकी है। सो इसे ते ही हुण विवाद जोड़ा कि खड़ा होया, सवाल चुकिया गया देवा ठाकुर दे वल्लों।
देवा ठाकुर दे ਵੱਲੋਂ ਕਿਹਾ ਗਿਆ ਲਾਰੈਂਸ ਬਿਸ਼ਨੋਈ ਨੂੰ ਮਿਲਣੀ ਚਾਹੀਦੀ ਹੈ ਪੈਰੋਲ ਕਿਉਂਕਿ ਉਹ ਸੱਚਾ ਦੇਸ਼ ਭਗਤ ਹੈ। ਸੋ ਲਾਰੈਂਸ ਨੂੰ ਰਾਮ ਮੰਦਿਰ ਜਾਣ ਦੀ ਮਿਲਣੀ ਚਾਹੀਦੀ ਹੈ ਪੈਰੋਲ। ਲਾਰੈਂਸ ਨੂੰ ਰਾਮ ਮੰਦਿਰ ਜਾਣ ਦੀ ਮਿਲਣੀ ਚਾਹੀਦੀ ਹੈ ਪੈਰੋਲ। ਦੇਵਾ ठाकुर ਦੇ ਵੱਲੋਂ ਕਿਹਾ ਗਿਆ ਸਵਾਲ ਚੁੱਕੇ ਗਏ ਨੇ ਅੰਮ੍ਰਿਤਪਾਲ ਨੂੰ 4 ਦਿਨਾਂ ਦੀ ਜਿਹੜੀ ਕਿ ਪੈਰੋਲ ਮਿਲੀ ਹੈ। सोशल मीडिया पर आज चर्चा है। जो मैं शब्द कहने जा रही हूं तीखे हैं, कड़वे हैं। हो सकता है इसके बाद बहुत धमकियां आए, हो सकता है इसके बाद फिर बवाल हो, लेकिन जब बोलो तुम बारूद सा बोलो, नहीं तो चुप रहो। और जो चुप रहे वो पीढ़ियां नपुंसक हो गई। अब मैं जो कहने जा रही हूं ना, थोड़ा दिल थाम के सुनना, आराम से सुनना और समझने का प्रयास करना। अगर इस देश में देशद्रोहियों को, राष्ट्रद्रोहियों को, आतंकवादियों को, देश के टुकड़े करने वालों को, देश में खालिस्तान की मांग करने वालों को, संविधान ना मानने वालों को, देश के पासपोर्ट को एग्री ना करने वाले को पैरोल मिल सकती है क्या? और हां, अगर फिर इस तरह की गतिविधियों में जिस पे एनएसए लगाओ, जिस पे राष्ट्रद्रोह लगाओ, जिस पे देशद्रोह लगाओ, उस व्यक्ति को अगर संविधान, उच्च न्यायालय, भारत की सरकार पैरोल पे लाके सख्त दिलवा सकती है, और वो व्यक्ति जो कल तक कहता है मैं देश के संविधान को नहीं मानता, तो वो शपथ लेते वक्त क्या कहेगा, मैं उस इंतजार में हूं। क्योंकि वो तो खालिस्तान के मुद्दे पर मेंबर पार्लियामेंट बन गए, एमपी बन गए। हाँ जी, मेंबर पार्लियामेंट बन गए, एमपी बन गए। उस व्यक्ति को अगर पैरोल देकर आप सांसद की कसम उठवा सकते हो, तो वो व्यक्ति संसद में खड़े होके, कानून के उस मंदिर में खड़े होके, उस लोकसभा के या देश का प्रतिनिधित्व जो करती है उस मंदिर में खड़े होकर क्या बोलेगा कि मैं संविधान की शपथ लेता हूं, इस देश और राष्ट्र से गद्दारी नहीं करूंगा, या फिर ये कहेगा, और शपथ किन शब्दों में लेगा? शपथ तो उन्हीं शब्दों में लेनी पड़ेगी। लेकिन मैं पूछना चाहती हूं, फिर तो बिश्नोई को भी पैरोल मिलनी चाहिए। हाँ, लॉरेंस बिश्नोई की बात कर रही हूं मैं। फिर तो लॉरेंस बिश्नोई तो राष्ट्रभक्त भी है। लॉरेंस बिश्नोई तो फिर सनातन की बात भी करता है। वो तो भगत सिंह, साहे, मतलब सबकी बात करता है। वो तो सारे ही शहीदों का सम्मान करता है। उसके तो सनातन, गौ भक्ति, ये सारी चीजें लॉरेंस बिश्नोई के दिल और दिमाग में है। फिर उसको भी एक दिन की पैरोल दे देनी चाहिए। वो भी राम मंदिर दर्शन करना चाहता है, इसमें क्या बुराई है? और आने वाले समय में फिर लॉरेंस बिश्नोई को चुनाव लड़ना चाहिए, और चुनाव लड़कर जीतना चाहिए, और जीतकर फिर शपथ लेनी चाहिए। अगर अमृतपाल चुनाव लड़ सकते हैं जेल के अंदर, तो फिर लॉरेंस के को क्या दिक्कत है भाई? है? अगर देश को तोड़ने वाला व्यक्ति, देश के टुकड़े करने वाला व्यक्ति, सनातन के खिलाफ व्यक्ति, देश के खिलाफ व्यक्ति, भारत माता को डायन कहने वाला व्यक्ति, तिरंगे को फाड़ने वाला व्यक्ति इस देश में चुनाव लड़कर चुनाव जीत सकता है, तो मैं पूछना चाहती हूँ, जिस व्यक्ति के दिल में राष्ट्रभक्ति है, देश प्रेम है, भगत सिंह के प्रति सम्मान है, युवाओं का एक बड़ा तबका राष्ट्र और धर्म और सनातन और भगवे की बात करता है, तो फिर वो भी चुनाव लड़ ले, और वो चुनाव लड़के जीत जाए, और जीत के फिर संविधान की शपथ उठाए।